ਦੋਸਤੋ ਜਵਾਨੀ ਦੇ ਨਾਲ ਜੇ ਦਿਲ ਵੀ ਜਵਾਨ ਹੋਵੇ ਤੇ ਉਸ ਜ਼ਿੰਦਗੀ ਜੀਣ ਦਾ ਮਜ਼ਾ ਹੀ ਅਲੱਗ ਹੁੰਦਾ ਹੈ। ਪਰ ਖਾਣ ਪੀਣ ਜਿਹੋ ਜਿਹਾ ਸਾਡਾ ਆਲੇ ਦੁਆਲੇ ਦਾ ਹੋ ਗਿਆ, ਉਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਇਨਸਾਨ ਦੇ ਅੰਦਰ ਜਨਮ ਲੈਂਦੀਆਂ ਨੇ। ਉਹਨਾਂ ਬਿਮਾਰੀਆਂ ਤੋਂ ਬਚਣ ਲਈ ਖਾਸ ਕਰ ਜਿਹੜਾ ਦਿਲ ਦੀਆਂ ਬਿਮਾਰੀਆਂ, ਉਸਨੇ ਇੱਕ ਜ਼ਿੰਦਗੀ ਦੇ ਵਿੱਚ ਬੜੀਆਂ ਵੱਡੀਆਂ ਚੁਣੌਤੀਆਂ ਲੈਂਦੀਆਂ ਆਮ ਮਨੁੱਖੀ ਜੀਵਨ ਦੇ ਵਿੱਚ। ਉਹ ਸਾਰੀਆਂ ਬਿਮਾਰੀਆਂ ਨੂੰ ਲੈ ਕੇ ਸਾਡੇ ਨਾਲ ਇੱਕ ਮਹਾਨ ਜਿਹੜੇ ਇੱਥੋਂ ਦੀ ਸ਼ਖਸੀਅਤ ਗੁਰੂ ਨਾਨਕ ਦੇਵ ਹਸਪੀਟਲ ਦੇ ਜਿਹੜੇ ਡਾਕਟਰ ਪਰਮਿੰਦਰ ਸਿੰਘ ਮੰਗੇੜਾ, ਜਿਨ੍ਹਾਂ ਨੇ ਇੱਕ ਯੁਵਾ ਅਵਸਥਾ ਦੇ ਵਿੱਚ ਇੱਕ ਜਜ਼ਬੇ ਦੇ ਤਹਿਤ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਇੱਕ ਟੀਚਾ ਮੰਨਿਆ ਤੇ ਕਰੀਬ 1500 ਸਰਜਰੀਆਂ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਉਹਨਾਂ ਕੀਤੀਆਂ। ਤੇ ਜਿਹੜਾ ਇਲਾਜ ਬਾਹਰ ਲੱਖਾਂ ਰੁਪਏ ਖਰਚ ਕੇ ਵੀ ਨਹੀਂ ਪੋਸੀਬਲ ਸੀ, ਉਹ ਅੱਜ ਇਹਨਾਂ ਨੇ ਮਹਿਜ 1/4 ਅਮਾਉਂਟ ਦੇ ਤਹਿਤ ਉਹ ਇਲਾਜ ਕਰਕੇ ਮਰੀਜ਼ਾਂ ਦੀਆਂ ਜ਼ਿੰਦਗੀਆਂ ਬਚਾਈਆਂ। ਤੇ ਸਾਡੇ ਨਾਲ ਉਹ ਗੱਲਬਾਤ ਕਰਨ ਲਈ ਤਿਆਰ ਨੇ। ਡਾਕਟਰ ਸਾਹਿਬ, ਪਹਿਲਾਂ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਬਹੁਤ ਲਾਈਵ ਬਹੁਤ ਭਾਰਤ ਧੰਨਵਾਦ ਨਿਊਜ਼ ਜੀ। ਤੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ, ਜਜ਼ਬਾ ਹਰ ਯੁਵਾ ਅਵਸਥਾ 'ਚ ਹੁੰਦਾ, ਜਿਸਨੇ ਕੋਈ ਮੰਜ਼ਿਲ ਫੜਨੀ ਹੋਵੇ। ਤੁਸੀਂ ਉਹ ਮੰਜ਼ਿਲ ਦੇ ਕਰੀਬ ਪਹੁੰਚ ਹੀ ਚੁੱਕੇ ਹੋ, ਕਿਉਂਕਿ ਅਸਿਸਟੈਂਟ ਸਹਾਇਕ ਪ੍ਰੋਫੈਸਰ ਪ੍ਰੋਫੈਸਰ। ਤੇ ਬਹੁਤ ਜਲਦੀ ਜਿਸ ਤਰ੍ਹਾਂ ਤੁਹਾਡਾ ਅਸੀਂ ਦੇਖ ਰਹੇ ਹਾਂ ਕਿ ਕੰਮ ਕਰਨ ਦਾ ਤਰੀਕਾ, ਤੁਸੀਂ ਆਪਣੇ ਜਿਹੜੇ ਅਧੀਨਸਥ ਡਾਕਟਰ ਨੇ ਉਹਨਾਂ ਨੂੰ ਵੀ ਆਪਣੇ ਬਰਾਬਰ ਦਾ ਜਿਹੜਾ ਤਜਰਬਾ ਦੇ ਕੇ ਹੋਣਹਾਰ ਬਣਾਉਣ ਵੱਲ ਤੁਰ ਰਹੇ ਜੇ। ਕਿਸ ਤਰ੍ਹਾਂ ਇਹ ਸਾਰੀ ਭਾਵਨਾ ਆਈ? ਕਿਉਂਕਿ ਡਾਕਟਰਾਂ ਦੇ ਅਸਰ ਲੋਕ ਇਲਜ਼ਾਮ ਵੀ ਲਗਾਉਂਦੇ ਨੇ, ਖਾਸ ਕਰ ਸਰਕਾਰੀ ਡਾਕਟਰਾਂ ਤੇ, ਕਿ ਇਲਾਜ ਦੇ ਵਿੱਚ ਉਹਨਾਂ ਕਿਤੇ ਨਾ ਕਿਤੇ ਉਹਨਾਂ ਦੀ ਨੀਅਤ 'ਚ ਕਮੀ ਰਹਿੰਦੀ ਹੈ, ਕਿ ਉਹ ਦਿਲੋਂ ਇਲਾਜ ਸਰਕਾਰੀ ਅਦਾਰੇ 'ਚ ਨਹੀਂ ਕਰਦੇ, ਪ੍ਰਾਈਵੇਟ ਇਲਾਜ ਕਰਕੇ ਜ਼ਿਆਦਾ ਖੁਸ਼ ਨੇ। ਨਹੀਂ, ਇਸ ਤਰ੍ਹਾਂ ਤਾਂ ਆਪਾਂ ਨਹੀਂ ਕਿਹਾ ਜਾ ਸਕਦਾ। ਦੇਖੋ, ਹਰ ਮਹਿਕਮੇ ਦੇ ਵਿੱਚ ਹਰ ਤਰ੍ਹਾਂ ਦੇ ਇਨਸਾਨ ਮਿਲਦੇ ਹਨ। ਜਿੱਥੋਂ ਤੱਕ ਮੇਰੇ ਜਜ਼ਬੇ ਦੀ ਗੱਲ ਹੈ, ਮੈਂ ਇਹਨੂੰ ਡਿਵੋਟ ਕਰਨਾ ਚਾਹੂੰਗਾ ਮੇਰੇ ਪੇਰੈਂਟਸ ਵੱਲ, ਜਿਨ੍ਹਾਂ ਨੇ ਮੈਨੂੰ ਸ਼ੁਰੂ ਤੋਂ ਹੀ, ਮੇਰੇ ਮਾਂ-ਬਾਪ ਦੋਨੋਂ ਸਰਕਾਰੀ ਅਧਿਆਪਕ ਸਨ। ਤੇ ਅਧਿਆਪਕ ਦੀ ਪੋਸਟ ਤੋਂ ਮੇਰੇ ਫਾਦਰ ਸਾਹਿਬ ਇੱਕ ਬਲਾਕ ਐਜੂਕੇਸ਼ਨ ਅਫਸਰ BE ਦੀ ਪੋਸਟ ਤੋਂ ਰਿਟਾਇਰ ਹੋਏ। ਮੇਰੇ ਮਾਤਾ ਜੀ ਸਕੂਲ ਦੇ ਐਜ਼ ਏ ਮੁੱਖ ਅਧਿਆਪਕਾ ਦੀ ਪੋਸਟ ਤੋਂ ਰਿਟਾਇਰ ਹੋਏ। ਮੇਰੀਆਂ ਭੈਣਾਂ ਵੀ ਅਧਿਆਪਕ ਨੇ। ਸਾਡੇ ਇੱਕ ਸਰਕਾਰੀ ਮਾਹੌਲ ਸੀ ਪਰਿਵਾਰ ਦੇ ਵਿੱਚ। ਦੂਸਰਾ, ਇਸ ਦਾ ਜਿਹੜਾ ਸਭ ਤੋਂ ਵੱਡਾ ਮਤਲਬ ਮੈਂ ਜਿਹਦਾ ਸ਼੍ਰੇਆ ਦੇ ਸਕਦਾ ਹੈ, ਉਹ ਮੇਰੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਸਾਰੇ ਟੀਚਰ ਸਾਹਿਬਾਨ, ਮੇਰੇ MD ਦੇ ਦੌਰਾਨ ਮੇਰੇ ਗਾਈਡ ਡਾਕਟਰ ਭਾਰਤ ਭੂਸ਼ਣ ਸ਼ਰਮਾ ਜੀ, ਡਾਕਟਰ ਵਰਿੰਦਰ ਸਿੰਘ ਜੀ, ਜੋ ਕਿ ਰੈਸਪੀਰੇਟਰੀ ਮੈਡੀਸਨ ਦੇ ਦੁਨੀਆ ਭਰ ਦੇ ਵਿੱਚ ਬਹੁਤ ਵੱਡਾ ਨਾਮ ਆ ਉਹਨਾਂ ਦਾ, ਉਹਨਾਂ ਦੀਆਂ ਸਿੱਖਿਆਵਾਂ। ਤੇ ਮੇਰੀ DM ਕਾਰਡੀਓਲੋਜੀ ਦੌਰਾਨ ਮੇਰੇ ਸਾਰੇ ਹੀ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਲਖਨਊ ਦੇ ਜਿਹੜੇ ਪ੍ਰੋਫੈਸਰ ਸਾਹਿਬਾਨ ਹੈ ਸਾਡੇ, ਉਹਨਾਂ ਦੀਆਂ ਸਿੱਖਿਆਵਾਂ, ਖਾਸ ਕਰਕੇ ਪ੍ਰੋਫੈਸਰ ਵਰੁਣ ਸ਼ੰਕਰ ਨਾਰਾਇਣ ਸਾਹਿਬ, ਪ੍ਰੋਫੈਸਰ ਸੁਧਾਂਸ਼ੂ ਕੁਮਾਰ ਦਵੇਦੀ ਸਾਹਿਬ, ਪ੍ਰੋਫੈਸਰ ਰਿਸ਼ੀ ਸੇਠੀ ਸਾਹਿਬ, ਪ੍ਰੋਫੈਸਰ ਸ਼ਰਤ ਚੰਦਰਾ ਸਾਹਿਬ, ਉਹਨਾਂ ਨੇ ਸਾਨੂੰ ਹਮੇਸ਼ਾ ਇਹੀ ਗੱਲ ਸਿਖਾਈ ਵੀ ਮਿਹਨਤ ਕਰੋ। ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਬਾਰੇ ਜਦੋਂ ਵੀ ਕੋਈ ਬੱਚਾ ਉੱਥੇ DM ਕਰਨ ਜਾਂਦਾ ਜਾਂ ਉੱਥੇ MD ਕਰਨ ਜਾਂਦਾ ਤਾਂ ਕਿਹਾ ਜਾਂਦਾ ਹੈ ਵੀ ਇਹ ਇਹਨਾਂ ਦੀ ਫੌਜੀ ਟ੍ਰੇਨਿੰਗ ਹੋਣੀ ਹੈ, ਝੱਲ ਲਿਓਗੇ ਤੁਸੀਂ, ਇਸ ਟੌਕਸਿਕ ਮਾਹੌਲ ਨੂੰ ਝੱਲ ਲਓਗੇ। ਪਰ ਮੈਂ ਇਹ ਗੱਲ ਮੰਨਦਾ ਵੀ ਸ਼ੁਰੂਆਤ ਦੇ ਵਿੱਚ ਚਾਹੇ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਮਾਹੌਲ ਲੱਗਦਾ ਹੋਵੇ, ਪਰ ਜਦੋਂ ਤੁਸੀਂ 3 ਸਾਲ ਦੀ ਟ੍ਰੇਨਿੰਗ ਤੋਂ ਬਾਹਰ ਨਿਕਲਦੇ ਹੋ ਤਾਂ ਇੱਕ ਤੁਹਾਨੂੰ ਇੱਕ ਤਰੀਕੇ ਦਾ ਇੱਕ ਪਾਰਸ ਬਣਾ ਕੇ ਉਹ ਕੱਢਦੇ ਨੇ। ਤੇ ਸ਼ਾਇਦ ਇਹ ਸਾਰਿਆਂ ਤੇ ਸਭ ਤੋਂ ਵੱਡੀ ਕਿਰਪਾ ਗੁਰੂ ਮਹਾਰਾਜ ਦੀ ਕਹਿ ਸਕਦੇ ਹਾਂ, ਗੁਰੂ ਰਾਮਦਾਸ ਜੀ ਦੀ ਕਿਰਪਾ ਕਹਿ ਸਕਦੇ ਹਾਂ, ਵੀ ਜਿਨ੍ਹਾਂ ਨੇ ਸੇਵਾ ਕਰਨ ਦਾ ਬਲ ਬਖਸ਼ਿਆ ਤੇ ਮੌਕਾ ਦਿੱਤਾ ਹੈ। ਬਾਕੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ, ਪੇਸ਼ੈਂਟ ਦਾ ਭਰੋਸਾ, ਸਾਡੇ ਸਟਾਫ ਦਾ ਸਹਿਯੋਗ, ਸਾਡੇ ਜਿੰਨੇ ਵੀ ਸੀਨੀਅਰ ਨੇ, ਸਾਡੇ ਮੈਡੀਕਲ ਸੁਪਰਡੈਂਟ ਸਾਹਿਬ, ਸਾਡੇ ਡਾਇਰੈਕਟਰ ਪ੍ਰਿੰਸੀਪਲ ਸਾਹਿਬ, DRME ਸਾਹਿਬ, ਸੈਕਟਰੀ ਸਾਹਿਬ ਤੇ ਮਾਨਯੋਗ ਸਾਡੇ ਆਨਰੇਬਲ ਮਿਨਿਸਟਰ ਸਾਹਿਬ, ਸਭ ਦੇ ਸਹਿਯੋਗ ਦੇ ਨਾਲ ਹੀ ਕੋਈ ਵੀ ਜਿਹੜਾ ਕੰਮ ਹੈ ਉਹ ਨੇਪਰੇ ਚੜ੍ਹਦਾ ਤੇ ਅਸੀਂ ਸਾਰੇ ਰਲ ਮਿਲ ਕੇ ਹੀ ਇਹ ਕੋਸ਼ਿਸ਼ ਕਰ ਰਹੇ। ਡਾਕਟਰ ਸਾਹਿਬ, 1500 ਦੇ ਕਰੀਬ ਤੁਸੀਂ ਸਰਜਰੀਆਂ ਕੀਤੀਆਂ ਹਾਰਟ ਦੀਆਂ। ਚੁਣੌਤੀਆਂ ਨਹੀਂ ਆਈਆਂ? ਕਿਉਂਕਿ ਭਾਰੀ ਕਈ ਵਾਰੀ ਇਨਫਰਾਸਟ੍ਰਕਚਰ ਦੀਆਂ ਕਮੀ ਆਉਂਦੀ ਹੈ ਸਰਕਾਰੀ ਹਸਪੀਟਲ ਦੇ ਵਿੱਚ, ਉਹ ਕਿਸ ਤਰ੍ਹਾਂ ਮੈਨੇਜ ਕੀਤਾ ਤੁਸੀਂ? ਦੇਖੋ, ਜਦੋਂ ਇਹ ਕੈਥ ਲੈਬ ਦੀ ਸ਼ੁਰੂਆਤ ਕੀਤੀ ਗਈ, ਸ਼ੁਰੂਆਤੀ ਦਿਨ ਸਾਡੇ ਕੋਲੇ ਬਹੁਤ ਵੱਡੀਆਂ ਚੁਣੌਤੀਆਂ ਸਨ। ਇੱਕ ਚੁਣੌਤੀ ਤਾਂ ਇਹ ਸੀ ਵੀ ਇੱਕ ਟੀਮ ਬਣਾਉਣ ਦੀ, ਕਿਉਂਕਿ ਸਾਡੇ ਕੋਲੇ ਟੈਕਨੀਸ਼ੀਅਨ ਸਾਹਿਬ ਵੀ ਸੀਗੇ, ਸਾਡੇ ਕੋਲੇ ਨਰਸਿੰਗ ਸਟਾਫ ਵੀ ਸੀ ਜਿਹੜੇ ਪਹਿਲਾਂ PGI ਤੋਂ ਟ੍ਰੇਨਿੰਗ ਲੈ ਚੁੱਕੇ ਸਨ, ਪਰ ਉਹਨਾਂ ਨੂੰ ਦੁਬਾਰਾ ਮੁੜ ਇਕੱਠਾ ਕਰਨਾ ਤੇ ਉਹ ਚੀਜ਼ਾਂ ਨੂੰ ਇੱਕ ਸਟ੍ਰੀਮਲਾਈਨ ਕਰਨਾ ਇੱਕ ਚੁਣੌਤੀ ਜ਼ਰੂਰ ਸੀ। ਪਰ ਅਸੀਂ ਕੀ ਕੀਤਾ, ਜਿਵੇਂ ਕਿ ਛੋਟੀਆਂ-ਛੋਟੀਆਂ ਕਲਾਸਾਂ ਵੀ ਰੱਖੀਆਂ। ਇੱਕ ਉਹਨਾਂ ਨੂੰ ਮੈਂ ਮਤਲਬ ਇੱਕ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਸੋਸ਼ਲ ਮੀਡੀਆ 'ਤੇ ਬਹੁਤ ਕੁਛ ਅਵੇਲੇਬਲ ਹੈ, ਤਾਂ YouTube ਦੀਆਂ ਸਾਈਟਾਂ ਜਿਨ੍ਹਾਂ ਦੇ ਉੱਤੇ ਕੋਰਨਰੀ ਐਂਜੀਓਗ੍ਰਾਫੀ ਕੀ ਹੈ, ਐਂਜੀਓਪਲਾਸਟੀ ਕੀ ਹੈ, ਕਿਸ ਤਰ੍ਹਾਂ ਪਰਫਾਰਮ ਕੀਤੀ ਜਾਂਦੀ, ਉਹਨਾਂ ਦੀ ਇੱਕ ਤਰੀਕੇ ਦੀਆਂ ਟ੍ਰੇਨਿੰਗ ਕਰਾਉਣ ਦੀ ਵੀ ਇਹ ਕੋਸ਼ਿਸ਼ ਕੀਤੀ। ਦੂਸਰਾ, ਅਸੀਂ ਸ਼ੁਰੂਆਤੀ ਦਿਨਾਂ ਦੇ ਵਿੱਚ ਦੇਖੋ
ਅਲਟੀਮੇਟਲੀ ਤਾਂ ਕਹਿਣ ਕਰਨ ਵਾਲਾ ਪ੍ਰਮਾਤਮਾ ਹੁੰਦਾ ਹੈ। ਜੇ ਇਨਸਾਨ ਇੱਕ ਚੰਗੀ ਨੀਤ ਲੈ ਕੇ ਚੱਲਦਾ ਤਾਂ ਪ੍ਰਮਾਤਮਾ ਵੀ ਇਸ 'ਚ ਮਦਦ ਕਰਦਾ ਹੈ। ਪਰ ਜਦੋਂ ਵੀ ਸਾਨੂੰ ਕੋਈ ਵੀ ਕੇਸ 'ਚ ਲੱਗਦਾ ਸੀ ਵੀ ਸਾਨੂੰ ਹੋਰਨਾਂ ਡਿਪਾਰਟਮੈਂਟਾਂ ਦੀ ਸਹਿਯੋਗ ਦੀ ਜ਼ਰੂਰਤ ਹੈ, ਜਿਵੇਂ ਕਿ ਐਨਸਥੀਸੀਆ ਡਿਪਾਰਟਮੈਂਟ, ਤਾਂ ਅਸੀਂ ਐਨਸਥੀਸੀਆ ਡਿਪਾਰਟਮੈਂਟ ਨੂੰ ਨਾਲ ਲੈ ਕੇ ਸਰਜਰੀ ਕਰਦੇ ਸੀ। ਔਰ ਦੂਸਰਾ, ਅਸੀਂ ਐਮਰਜੈਂਸੀ ਸਰਜਰੀਜ਼ ਦੇ ਵਿੱਚ ਤਾਂ ਦੇਖੋ ਬਹੁਤ ਚੀਜ਼ਾਂ ਅੰਡਰਸਟੈਂਡੇਬਲ ਹੁੰਦੀਆਂ, ਮਰੀਜ਼ ਦੇ ਅਟੈਂਡੈਂਟ ਵੀ ਸਮਝਦੇ ਨੇ, ਪਰ ਜਿਹੜੀ ਇਲੈਕਟਿਵ ਸਰਜਰੀਜ਼ ਹੁੰਦੀਆਂ ਜਾਂ ਇਲੈਕਟਿਵ ਪ੍ਰੋਸੀਜਰਸ ਹੁੰਦੇ ਆ, ਉਹਨਾਂ ਦੀ ਇੱਕ ਪਲੈਨਿੰਗ ਕਿਤੇ ਨਾ ਕਿਤੇ ਮੈਟਰ ਕਰਦੀ ਹੈ। ਵੀ ਜੇ ਤੁਸੀਂ ਉਹਨੂੰ ਅਸੀਂ ਸਹੀ ਢੰਗ ਨਾਲ ਪਲਾਨ ਕਰ ਲਈਏ, ਕੰਪਲੀਕੇਸ਼ਨਸ ਬਾਰੇ ਪਹਿਲਾਂ ਹੀ ਸੋਚ ਲਈਏ ਵੀ ਸਾਨੂੰ ਕੀ ਕੀ ਮੁਸ਼ਕਲਾਂ ਆ ਸਕਦੀਆਂ, ਇਸ ਲਈ ਅਸੀਂ ਕੋਈ ਪ੍ਰੋਸੀਜਰ ਕਰਦੇ ਹਾਂ ਤਾਂ ਪਹਿਲਾਂ ਕੋਸ਼ਿਸ਼ ਕਰੀਦੀ ਹੈ ਪੇਸ਼ੈਂਟ ਦੇ ਅਟੈਂਡੈਂਟ ਦੇ ਨਾਲ 1 to 1 ਡਿਸਕਸ ਕਰਕੇ ਵੀ ਦੇਖੋ ਸਾਨੂੰ ਇੰਨੀ ਯੂਨਿਟ ਬਲੱਡ ਦੀ ਵੀ ਜ਼ਰੂਰਤ ਪੈ ਸਕਦੀ ਹੈ, ਸਾਨੂੰ ਵੈਂਟੀਲੇਟਰ ਦੀ ਵੀ ਜ਼ਰੂਰਤ ਪੈ ਸਕਦੀ ਹੈ। ਤੇ ਕਾਫੀ ਹੱਦ ਤੱਕ ਜਿੱਥੋਂ ਤੱਕ ਇਨਫਰਾਸਟ੍ਰਕਚਰ ਦਾ ਸਵਾਲ ਹੈ, ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਉਪਲਬਧ ਹੈ, ਵੈਂਟੀਲੇਟਰਸ ਉਪਲਬਧ ਨੇ, ਸਾਡੇ ਕੋਲੇ ਐਨਸਥੀਸੀਆ ਦੀ ਬਹੁਤ ਅੱਛੀ ਟੀਮ ਉਪਲਬਧ ਹੈ, ਸਾਡੇ ਕੋਲੇ ਨਰਸਿੰਗ ਸਟਾਫ ਹੁਣ ਐਡਿਕੁਏਟ ਨੰਬਰ 'ਚ ਹੈਗਾ ਵੀ ਕਿਤੇ ਨਾ ਕਿਤੇ ਸਾਡੀਆਂ ਪਹਿਲਾਂ ਨਾਲੋਂ ਸੁਵਿਧਾਵਾਂ ਦੇ ਵਿੱਚ ਬਹੁਤ ਇੰਪਰੂਵਮੈਂਟ ਹੈ। ਤੇ ਜਿਨ੍ਹਾਂ ਮਤਲਬ ਸਾਰੇ ਇੱਕ ਟੀਮ ਵਰਕ ਦੇ ਨਾਲ, ਸਹਿਯੋਗ ਦੇ ਨਾਲ ਹੀ ਇਹ ਚੀਜ਼ਾਂ ਸੰਭਵ ਹੋ ਸਕਦੀਆਂ। ਤੁਸੀਂ ਆਪਣੇ ਦਿਲ ਬਾਰੇ ਜਾਣੋ ਤੇ ਉਸ ਦਾ ਜੋ ਹੈ ਆਪਣਾ ਖਿਆਲ ਰੱਖੋ। ਇਹ ਕਿਹਾ ਜਾਂਦਾ ਵੀ ਜਦੋਂ ਵੀ ਅਸੀਂ ਕਿਸੇ ਚੀਜ਼ ਬਾਰੇ ਜਾਣਦੇ ਹਾਂ ਤਾਂ ਉਸ ਦਾ ਖਿਆਲ ਅਸੀਂ ਬਿਹਤਰ ਤਰੀਕੇ ਨਾਲ ਰੱਖ ਸਕਦੇ ਹਾਂ, ਕਿਉਂਕਿ ਲਗਭਗ 85% ਜਿਹੜੀਆਂ ਸਡਨ ਕਾਰਡਿਕ ਡੈਥਸ ਹੈ ਉਹਨਾਂ ਦਾ ਕਾਰਨ ਕਿਤੇ ਨਾ ਕਿਤੇ ਦਿਲ ਦੀਆਂ ਬਿਮਾਰੀਆਂ ਨੇ। ਜੇ ਅਸੀਂ ਆਪਦੇ ਹਾਰਟ ਦਾ ਇਸਤੇਮਾਲ ਕਰਾਂਗੇ, ਐਕਸਰਸਾਈਜ਼ ਕਰਾਂਗੇ, ਵਰਤਾਂਗੇ, ਉਸ ਦੇ ਬਾਰੇ ਜਾਣਾਂਗੇ, ਤੇ ਜੇ ਸਾਨੂੰ ਪਤਾ ਹੀ ਨਹੀਂ ਵੀ ਸਾਡੇ ਦਿਲ ਦੀ ਕੰਡੀਸ਼ਨ ਕੀ ਹੈ, ਜਿਵੇਂ ਅਸੀਂ ਕਈ ਵਾਰ ਕਹਿੰਦੇ ਆ ਵੀ ਉਦੋਂ ਪਤਾ ਲੱਗਿਆ ਜੀ ਜਦੋਂ ਤਿੰਨੇ ਨਾੜੀਆਂ ਬਲੌਕ ਹੋ ਗਈਆਂ ਜਾਂ ਜਦੋਂ ਕਿ ਦਿਲ ਦੀ ਪੰਪਿੰਗ ਕਮਜ਼ੋਰ ਹੈਗੀ, ਅਸੀਂ ਛੋਟੀਆਂ ਛੋਟੀਆਂ ਅਲਾਮਤਾਂ ਨੂੰ ਪਛਾਣੀਏ ਤੇ ਉਹਨਾਂ ਦਾ ਸਮੇਂ ਸਿਰ ਇਲਾਜ ਕਰੀਏ, ਤਾਂ ਕਿ ਜਿਹੜੀ ਇਹ ਜੋ ਸਾਡੀ ਇੰਡੀਆ ਦੀ ਜਿਹੜੀ ਖਾਸ ਕਰਕੇ ਜਿਹੜੀ ਪਾਪੂਲੇਸ਼ਨ ਹੈ, ਜਿਹੜੀ ਕਿ ਇੱਕ ਵਰਲਡ ਹਾਰਟ ਫੇਲੀਅਰ ਕੈਪੀਟਲ ਬਣਦੀ ਜਾ ਰਹੀ ਹੈ, ਇਹਦੇ ਤੋਂ ਬਚਿਆ ਜਾ ਸਕਦਾ। ਸੋ ਯੂਜ਼ ਹਾਰਟ ਨੋ ਹਾਰਟ ਜਿਹੜਾ ਇਸ ਸਾਲ ਦਾ ਥੀਮ। ਡਾਕਟਰ ਸਾਹਿਬ, ਹਰ ਸਾਲ ਦੁਨੀਆ 'ਚ ਕਰੀਬ ਕਰੋੜਾਂ ਲੋਕ ਜਾਨ ਗਵਾ ਬੈਠਦੇ ਨੇ ਹਾਰਟ ਫੇਲੀਅਰ ਕਰਕੇ। ਕੀ ਕੀ ਤਬਦੀਲੀਆਂ ਖਾਣ ਪੀਣ ਦੇ ਵਿੱਚ ਲਿਆਉਣੀਆਂ ਚਾਹੀਦੀਆਂ ਹਾਰਟ ਪੇਸ਼ੈਂਟ ਨੂੰ? ਦੇਖੋ, ਮੈਂ ਇਥੋਂ ਪੰਜ ਸਾਹਿਬ ਤੁਹਾਡੇ ਨਾਲ ਇੱਕ ਗੱਲ ਇਹ ਕਰਨਾ ਚਾਹੇਗਾ, ਹਾਰਟ ਪੇਸ਼ੈਂਟ ਹੋਣ ਤੋਂ ਪਹਿਲਾਂ ਇੱਕ ਨਾਰਮਲ ਇਨਸਾਨ ਨੂੰ ਅਗਰ ਅਸੀਂ ਟਾਰਗੇਟ ਕਰੀਏ ਤਾਂ ਇਹ ਜਿਹੜੀ ਸਾਡੀ ਗੱਲ ਹੈ ਜ਼ਿਆਦਾ ਬਿਹਤਰ ਹੋ ਸਕਦੀ ਹੈ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਪ੍ਰਾਇਮਰੀ ਪ੍ਰੀਵੈਂਸ਼ਨ। ਔਰ ਅੱਜ ਕੱਲ੍ਹ ਤਾਂ ਈਵਨ ਪ੍ਰਾਇਮਰੀ ਪ੍ਰੀਵੈਂਸ਼ਨ ਤੋਂ ਵੀ ਪਹਿਲਾਂ ਦੀ ਗੱਲ ਆ ਜਾਂਦੀ ਹੈ ਪ੍ਰਮੋਡੀਅਲ ਪ੍ਰੀਵੈਂਸ਼ਨ, ਮਤਲਬ ਕਿ ਕੋਈ ਵੀ ਜੋ ਹਾਰਟ ਫੇਲੀਅਰ ਦੇ ਰਿਸਕ ਫੈਕਟਰ ਹੈ ਉਹਨਾਂ ਨੂੰ ਆਉਣ ਹੀ ਨਾ ਦਿੱਤਾ ਜਾਵੇ। ਜਿਵੇਂ ਰਿਸਕ ਫੈਕਟਰ ਕੀ ਨੇ? ਡਾਇਬਟੀਜ਼ ਹੈ, ਬਲੱਡ ਪ੍ਰੈਸ਼ਰ ਦਾ ਵਧਣਾ ਹੈ, ਕੋਲੈਸਟਰੋਲ ਦਾ ਵਧਣਾ ਹੈ। ਅਸੀਂ ਨਿਯਮਿਤ ਤੌਰ ਤੇ ਐਕਸਰਸਾਈਜ਼ ਕਰੀਏ, ਸਾਡੇ ਖਾਣ ਪੀਣ ਦੇ ਵਿੱਚ ਜੋ ਮੈਦੇ ਵਾਲੀਆਂ ਚੀਜ਼ਾਂ ਨੇ, ਹਾਈ ਕਾਰਬੋਹਾਈਡਰੇਟ ਵਾਲੀਆਂ ਚੀਜ਼ਾਂ ਨੇ, ਉਹਨਾਂ ਦਾ ਸੇਵਨ ਘੱਟ ਹੋਵੇ, ਐਰੋਬਿਕ ਐਕਸਰਸਾਈਜ਼ਸ ਹੋਣ, ਸਾਈਕਲਿੰਗ ਨੂੰ ਪ੍ਰਮੋਟ ਕੀਤਾ ਜਾਵੇ, ਤਲੀਆਂ ਭੁੰਨੀਆਂ ਹੋਈਆਂ ਚੀਜ਼ਾਂ ਜਾਂ ਉਹ ਚੀਜ਼ਾਂ ਜੋ ਟਰਾਂਸ ਫੈਟ ਦੇ ਦੁਆਰਾ ਜੋ ਵਾਰ-ਵਾਰ ਕੁੱਕ ਕੀਤੇ ਉਸੇ ਤੇਲ ਦੇ ਵਿੱਚ ਬਣਦੀਆਂ ਹਨ ਉਹਨਾਂ ਤੋਂ ਨੌਨ ਵੈਜ ਵੈਸੇ ਇਹ ਛੱਡਣਾ ਚਾਹੀਦਾ ਕਿ ਨਹੀਂ? ਦੇਖੋ ਜੀ, ਜੋ ਨਾਨ ਵੈਜੀਟੇਰੀਅਨ ਫੂਡ ਹੈ ਉਹਦੇ ਵਿੱਚ ਅਗਰ ਭੁੰਨਿਆ ਹੋਇਆ ਹੈ ਤਾਂ ਕੁਝ ਮਾਤਰਾ ਤੱਕ ਅਲਾਉ ਕੀਤਾ ਜਾ ਸਕਦਾ ਹੈ। ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਸਿਰਫ ਨਾਨ ਵੈਜ ਭੋਜਨ ਜੇ ਫੈਟ ਕਿਸੇ 'ਚ ਜ਼ਿਆਦਾ ਹੈ, ਖਾਸ ਕਰਕੇ ਜੋ ਰੈੱਡ ਮੀਟ ਆਉਂਦਾ ਹੈ, ਤਾਂ ਰੈੱਡ ਮੀਟ ਨੂੰ ਅਸੀਂ ਪੇਸ਼ੈਂਟ ਨੂੰ ਜੀ ਉਹ ਜ਼ਿਆਦਾ ਘਾਤਕ ਨੂੰ ਅਵੋਇਡ ਕਰਨ ਨੂੰ ਕਹਿੰਦੇ ਆ। ਅਸੀਂ ਕੋਲੈਸਟਰੋਲ, ਮੱਖਣ, ਘਿਓ ਇਸ ਦੇ ਇਸਤੇਮਾਲ ਨੂੰ ਬਦਲ ਕੇ ਜੋ ਤੇਲ ਹੈ ਅਸੀਂ ਕਹਿੰਦੇ ਵੀ ਤੇਲਾਂ ਦਾ ਬਦਲਾਵ ਕਰੋ। ਸਿਰਫ ਇਹ ਨਹੀਂ ਵੀ ਸਿਰਫ ਸਰੋਂ ਦਾ ਤੇਲ ਹੀ ਵਰਤੋ ਜਾਂ ਸਿਰਫ ਜੋ ਅਸੀਂ ਸੋਇਆਬੀਨ ਤੇਲ ਹੀ ਵਰਤੀਏ, ਟਾਈਮ ਚੇਂਜ ਹੋਣਾ ਚਾਹੀਦਾ ਹੈ, ਕਿਉਂਕਿ ਕੋਈ ਵੀ ਤੇਲ ਆਪਣੇ ਆਪ ਦੇ ਵਿੱਚ ਬੈਲੈਂਸਡ ਨਹੀਂ ਹੈ। ਜਦੋਂ ਅਸੀਂ ਇਹਨਾਂ ਨੂੰ ਚੇਂਜ ਕਰਦੇ ਰਵਾਂਗੇ ਤਾਂ ਸਾਨੂੰ ਜਿਹੜੀ ਨਿਊਟ੍ਰੀਐਂਟ ਵੀ ਭਰਪੂਰ ਮਾਤਰਾ 'ਚ ਮਿਲਣਗੇ ਤੇ ਜੋ ਡਾਇਟਰੀ ਵੀ ਬੈਲੈਂਸ ਰਹੇਗੀ। ਬਿਲਕੁਲ ਡਾਕਟਰ ਸਾਹਿਬ, ਇਸ ਤੋਂ ਇਲਾਵਾ ਜੇ ਦੇਖਿਆ ਜਾਵੇ ਪਿਛਲੇ ਦਿਨੀ ਕੋਈ ਤੁਹਾਡੇ ਕੋਲ ਬੜਾ ਸੀਰੀਅਸ ਪੇਸ਼ੈਂਟ ਆਇਆ ਸੀ ਜਿਹਦੀਆਂ 3 ਨਾੜਾਂ ਬਲੌਕ ਸੀਗੀਆਂ ਤੇ ਬੜਾ ਇੱਕ ਰਿਸਕੀ ਆਪਰੇਸ਼ਨ ਸੀਗਾ ਉਹਦਾ, ਉਹ ਕਿਸ ਤਰ੍ਹਾਂ ਤੁਸੀਂ ਉਹਦੇ ਵਿੱਚ ਸਫਲ ਹੋਏ ਆਪਰੇਸ਼ਨ ਦੇ ਵਿੱਚ? ਜੀ ਇਹ ਤੁਸੀਂ ਅੱਛਾ ਕੀਤਾ ਇਹ ਸਵਾਲ ਪੁੱਛਿਆ, ਕਿਉਂਕਿ ਜਦੋਂ ਇਹ ਪੋਸਟ ਕਾਫੀ ਦੇਰ ਤੱਕ ਸੋਸ਼ਲ ਮੀਡੀਆ ਤੇ ਰਹੀ ਹੈ ਤਾਂ ਆਮ ਜੋ ਜਨਤਾ ਇਸ ਨੂੰ ਸਮਝ ਨਹੀਂ ਪਾ ਰਹੀ ਸੀ ਵੀ ਹੋਇਆ ਕੀ ਹੈ, ਕਿਉਂਕਿ ਟੈਗਲਾਈਨ ਇਸ ਤਰ੍ਹਾਂ ਦੀ ਸੀ, ਆਰਟੀਫਿਸ਼ੀਅਲ ਹਾਰਟ ਸਰਜਰੀ ਐਂਡ ਆਲ। ਦੇਖੋ ਇਸ ਦੇ ਵਿੱਚ ਕੀ ਹੈ, ਦਿਲ ਦਾ ਜੋ ਪ੍ਰਮੁੱਖ ਕੰਮ ਹੈ, ਦਿਲ ਦੇ 4 ਹਿੱਸੇ ਹੁੰਦੇ ਹਨ, ਸੱਜਾ ਹਿੱਸਾ ਤੇ ਖੱਬਾ ਹਿੱਸਾ, ਜੋ ਆਪਸ ਦੇ ਵਿੱਚ ਵਾਲਵਸ ਦੇ ਨਾਲ ਸੈਪਰੇਟ ਹੁੰਦੇ ਹਨ। ਦਿਲ ਦਾ ਪ੍ਰਮੁੱਖ ਕੰਮ ਹੈ ਖੂਨ ਨੂੰ ਸਰੀਰ ਦੇ ਹਰ ਅੰਗ ਤੱਕ ਪਹੁੰਚਾਉਣਾ। ਜਿਵੇਂ ਮੈਂ ਸਿੰਪਲ ਭਾਸ਼ਾ 'ਚ ਆਪਾਂ ਐਗਜ਼ਾਮਪਲ ਦਈਏ ਵੀ ਅਸੀਂ ਖੇਤ ਦੇ ਵਿੱਚ ਟਿਊਬਵੈਲ ਪੰਪ ਲਗਾਉਂਦੇ ਹਾਂ, ਸਮਰਜੀਬਲ ਪੰਪ ਲਗਾਉਂਦੇ ਹਾਂ,
ਤਾਂ ਪੰਪ ਦਾ ਕੰਮ ਕੀ ਹੈ, ਉਹਨੇ ਧਰਤੀ ਹੇਠਲੇ ਪਾਣੀ ਨੂੰ ਉੱਪਰ ਕੱਢ ਕੇ ਫਸਲ ਤੱਕ ਪਹੁੰਚਾਉਣਾ। ਫਸਲ ਸਾਡਾ ਸਰੀਰ ਹੈ, ਪੰਪ ਜੋ ਮੋਟਰ ਹੈ ਉਹ ਸਾਡਾ ਹਾਰਟ ਹੈ। ਤਾਂ ਹਾਰਟ ਨੇ ਜੋ ਪਾਣੀ ਹੈ, ਜਾਣੀ ਕਿ ਸਾਡੇ ਸਰੀਰ ਵਾਸਤੇ ਜੋ ਖੂਨ ਹੈ, ਉਹਨੂੰ ਅੰਗਾਂ ਤੱਕ ਪਹੁੰਚਾਉਣਾ ਹੈ। ਤਾਂ ਇਹ ਜੋ ਸਾਡੇ ਪੇਸ਼ੈਂਟ ਸਨ, ਇਹਨਾਂ ਦੇ ਦਿਲ ਦੀ ਪੰਪਿੰਗ ਬਹੁਤ ਘਟ ਚੁੱਕੀ ਸੀ, ਦਿਲ ਦੀਆਂ ਨਾੜੀਆਂ ਦੀ ਬਲੋਕੇਜ ਹੋਣ ਕਰਕੇ, ਉਮਰ ਦੇ ਤਕਾਜ਼ੇ ਕਰਕੇ, ਤੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਮਰੀਜ਼ ਹੋਣ ਕਰਕੇ ਦਿਲ ਦੀ ਪੰਪਿੰਗ ਇਹਨਾਂ ਦੀ ਲਗਭਗ ਸਿਰਫ 25% ਦੇ ਤੱਕ ਕੰਮ ਕਰਦੀ ਸੀ। ਜਦੋਂ ਦਿਲ ਦੀ ਪੰਪਿੰਗ ਇੰਨੀ ਘੱਟ ਕੰਮ ਕਰ ਰਹੀ ਹੋਵੇ ਤਾਂ ਆਪਰੇਸ਼ਨ ਕਰਦੇ ਦੌਰਾਨ ਅਗਰ ਅਸੀਂ ਉਹਨਾਂ ਦੀ ਐਂਜੀਓਪਲਾਸਟੀ ਜਾਂ ਸਟੈਂਟਿੰਗ ਕਰਾਂਗੇ, ਅਗਰ ਥੋੜੇ ਟਾਈਮ ਤੱਕ ਵੀ ਨਸ ਬੰਦ ਰਹੇਗੀ, ਕਿਉਂਕਿ ਜਦੋਂ ਐਂਜੀਓਪਲਾਸਟੀ ਸਟੈਂਟਿੰਗ ਕੀਤੀ ਜਾਂਦੀ ਹੈ ਤਾਂ ਪਹਿਲਾਂ ਨਾੜੀ ਨੂੰ ਅਸੀਂ ਇੱਕ ਬਲੂਨ ਦੇ ਨਾਲ ਫੈਲਾਉਂਦੇ ਹਾਂ। ਤਾਂ ਬਲੂਨ ਜਦੋਂ ਫੁੱਲਦਾ ਹੈ ਉਸ ਸਮੇਂ ਦੌਰਾਨ ਬਲੱਡ ਦੀ ਸਪਲਾਈ ਹਾਰਟ ਨੂੰ ਰੁਕ ਜਾਂਦੀ ਹੈ, ਕਿਉਂਕਿ ਪੰਪਿੰਗ ਘੱਟ ਹੈ, ਦਿਲ ਜੋ ਹੈ ਉਹ ਘੱਟ ਕੰਮ ਕਰ ਰਿਹਾ, ਉਹ ਉਹਨਾਂ ਸਮਾਂ ਵੀ ਟੋਲਰੇਟ ਨਹੀਂ ਕਰੇਗਾ ਤੇ ਪੇਸ਼ੈਂਟ ਇੱਕ ਕਾਰਡਿਕ ਅਰੈਸਟ ਜਾਂ ਦਿਲ ਦੀ ਅਰਿਥਮੀਆ 'ਚ ਜਾ ਸਕਦਾ ਹੈ। ਤਾਂ ਉਸ ਨੂੰ ਬਚਾਉਣ ਦੇ ਲਈ ਇੱਕ ਜੋ ਨਵੀਂ ਟੈਕਨੀਕ ਅਵੇਲੇਬਲ ਹੈ, ਉਹਨੂੰ ਅਸੀਂ ਆਰਟੀਫਿਸ਼ੀਅਲ ਹਾਰਟ ਪੰਪ ਜਾਂ ਇੰਪੈਲਾ ਕਹਿੰਦੇ ਆ। ਉਸ ਨੂੰ ਲੱਤ ਦੀ ਨਸ, ਜਿਸ ਨੂੰ ਅਸੀਂ ਫਿਮੋਰਲ ਆਰਟਰੀ ਕਹਿੰਦੇ ਆ, ਉਸ ਦੇ ਵਿੱਚ ਛੇਦ ਕਰਕੇ ਅਸੀਂ ਇੱਕ ਮੋਟਰ ਨਵਾਂ ਜੰਤਰ ਨੂੰ ਦਿਲ ਦੇ ਅੰਦਰ ਰੱਖ ਦਿੰਦੇ ਹਾਂ, ਜੋ ਕਿ ਜਿਸ ਦੇ ਅੰਦਰ ਇੱਕ ਮੋਟਰ ਲੱਗੀ ਹੈ, ਉਹ ਸਾਰੇ ਦਾ ਸਾਰਾ ਬਲੱਡ ਦਿਲ ਚੋਂ ਕੱਢ ਕੇ ਐਓਰਟਾ ਦੇ ਵਿੱਚ ਪਹੁੰਚਾ ਦਿੰਦਾ ਹੈ, ਜਿੱਥੋਂ ਕਿ ਸਰੀਰ ਦੇ ਬਾਕੀ ਅੰਗਾਂ ਨੂੰ ਪਹੁੰਚਦਾ ਰਹਿੰਦਾ ਹੈ। ਮਤਲਬ ਕਿ ਸਿੰਪਲ ਭਾਸ਼ਾ, ਦਿਲ ਚਾਹੇ ਚੱਲੇ ਚਾਹੇ ਨਾ ਚੱਲੇ, ਉਹ ਦਿਲ ਦਾ ਜਿਹੜਾ ਕੰਮ ਹੈ ਉਸਨੇ ਆਪਣੇ ਉੱਪਰ ਲੈ ਲਿਆ। ਮਤਲਬ ਆਰਟੀਫੀਸ਼ੀਅਲ ਹਾਰਟ ਅੱਜ ਕੱਲ ਆ ਗਿਆ, ਉਹਦੇ ਨਾਲ ਅਸੀਂ ਜਿਹੜਾ ਮਰੀਜ਼ ਹੈ ਉਹਨੂੰ ਬਚਾ ਸਕਦੇ ਹਾਂ, ਅਸੀਂ ਉਸ ਨੂੰ ਸਮਾਂ ਦੇ ਸਕਦੇ ਹਾਂ, ਜਿਸ ਸਮੇਂ ਦੇ ਦੌਰਾਨ ਉਸ ਪੰਪ ਦੇ ਨਾਲ ਅਸੀਂ ਜਾਂ ਤਾਂ ਉਹ ਅਗਰ ਮੰਨ ਲਓ ਸ਼ੌਕ 'ਚ ਹੈ, ਸ਼ੌਕ ਇੰਪਰੂਵ ਕਰ ਜੇ, ਜਾਂ ਉਹਦਾ ਜਿਹੜਾ ਡੈਫੀਨਿਟ ਟ੍ਰੀਟਮੈਂਟ ਹੈ, ਚਾਹੇ ਉਹ ਬਾਈਪਾਸ ਸਰਜਰੀ ਹੈ, ਚਾਹੇ ਉਹ ਐਂਜੀਓਪਲਾਸਟੀ ਹੈ, ਉਹ ਸਮੇਂ ਦੇ ਦੌਰਾਨ ਸਾਨੂੰ ਸਮਾਂ ਮਿਲ ਜਾਂਦਾ ਹੈ ਤੇ ਅਸੀਂ ਉਸ ਜਿਹੜੀ ਮੇਨ ਸਟੇ ਦਾ ਟ੍ਰੀਟਮੈਂਟ ਹੈ ਉਹਨੂੰ ਅਸੀਂ ਕਰ ਦਿੰਦੇ ਹਾਂ। ਤੇ ਇਸੇ ਤਰ੍ਹਾਂ ਹੀ ਅਸੀਂ ਉਸ ਕੇਸ ਦੇ ਵਿੱਚ ਕੀਤਾ, ਅਸੀਂ ਸਮਾਂ ਲਿਆ ਤੇ ਜਦੋਂ ਉਹ ਮੋਟਰ ਕੰਮ ਕਰਨੀ ਸ਼ੁਰੂ ਕਰਦੀ, ਫਿਰ ਅਸੀਂ ਉਸ ਪੇਸ਼ੈਂਟ ਦੀ ਕੈਲਸ਼ੀਅਮ ਨੂੰ ਇੰਟਰਾਵਾਸਕੂਲਰ ਲਿਥੋਟ੍ਰਿਪਸੀ ਬਲੂਨ ਨਾਲ ਕੱਟ ਕਰਕੇ ਉਹਦੇ 'ਚ ਸਟੈਂਟਿੰਗ ਕੀਤੀ ਤੇ ਅੱਜ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮਰੀਜ਼ ਤੰਦਰੁਸਤ ਹੈ। ਕੀ ਉਮਰ ਸੀਗੀ ਮਰੀਜ਼ ਦੀ ਡਾਕਟਰ ਸਾਹਿਬ? ਉਹਨਾਂ ਦੀ ਜੀ 77 ਸਾਲ ਉਮਰ ਹੈ। ਉਹ ਦੇਖਣ ਨੂੰ ਬਹੁਤ, ਕਈ ਨੇ ਕਮੈਂਟ ਵੀ ਕੀਤਾ ਫੋਟੋ ਨੂੰ ਦੇਖਦੇ ਹੋਏ, ਕਿਉਂਕਿ ਉਹ ਜਿਹੜੇ ਪੇਸ਼ੈਂਟ ਨੇ ਮਤਲਬ ਕਿ ਵੈਲ ਐਜੂਕੇਟਡ ਪੇਸ਼ੈਂਟ ਨੇ, ਅਸੀਂ ਉਹਨਾਂ ਤੋਂ ਕੰਸੈਂਟ ਲਈ ਹੈ ਉਹਨਾਂ ਬਾਰੇ ਗੱਲ ਕਰਨ ਦੀ। ਠੀਕ ਹੈ, ਵੈਲ ਐਜੂਕੇਟਡ ਨੇ, ਹੀ ਇਜ਼ ਰਿਟਾਇਰਡ ਮੈਥ ਮਾਸ ਟੀਚਰ ਪੰਜਾਬ ਗਵਰਨਮੈਂਟ ਤੋਂ, ਤੇ ਡਾਕੂਮੈਂਟਡ ਜੀ ਉਹ 77 ਸਾਲ ਦੇ। ਉਹਨਾਂ ਨੂੰ ਕਾਫੀ ਇੱਕ ਰਿਨਾਊਂਡ ਹਸਪੀਟਲ ਵੱਲੋਂ ਵੀ ਇੱਕ ਕਹਿ ਦਿੱਤਾ ਗਿਆ ਸੀ, ਉਹਨਾਂ ਦੇ ਪਰਿਵਾਰਕ ਜਿਹੜੇ ਜੀ ਸੀਗੇ ਇਹਨਾਂ ਦੀ ਸੇਵਾ ਹੀ ਕਰ ਸਕਦੇ ਹੋ, ਇਲਾਜ ਪੋਸੀਬਲ ਨਹੀਂ ਹੈ ਜੀ। ਤੇ ਗੁਰੂ ਨਾਨਕ ਹਸਪੀਟਲ ਆ ਕੇ ਉਹਨਾਂ ਦਾ ਕਿਸ ਤਰ੍ਹਾਂ ਮਤਲਬ ਕਿ ਤੁਸੀਂ ਇਹ ਚੀਜ਼ਾਂ ਉਹਨਾਂ ਨੂੰ ਸਮਝਾਈਆਂ ਕਾਉਂਸਲਿੰਗ ਦੇ ਥਰੂ ਜਾਂ ਕੋਈ ਟੀਮ ਸੀ? ਕਿਉਂਕਿ ਆਮ ਜਿਹੜਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਹਸਪੀਟਲਾਂ ਦੇ ਉੱਤੇ, ਸਰਕਾਰੀ ਹਸਪੀਟਲਾਂ 'ਚ ਅਕਸਰ ਲੋਕ ਸ਼ੱਕ ਦੀ ਸੂਈ ਨਾਲ ਦੇਖਦੇ ਕਿ ਇੱਥੇ ਇਲਾਜ ਪ੍ਰੋਪਰ ਨਹੀਂ ਹੁੰਦਾ। ਨਹੀਂ, ਉਹ ਇਸ ਤਰ੍ਹਾਂ ਨਹੀਂ ਅਸੀਂ ਕਹਿ ਸਕਦੇ, ਕਿਤੇ ਨਾ ਕਿਤੇ ਇਹਦਾ ਰੀਜ਼ਨ ਇਹ ਵੀ ਹੁੰਦਾ ਹੈ ਵੀ ਅਸੀਂ ਜਦੋਂ ਵੀ ਕੋਈ ਪੇਸ਼ੈਂਟ ਆਉਂਦਾ ਹੈ, ਕਈ ਵਾਰ ਉਹ ਸਾਡੀ ਇੰਟਰੈਕਸ਼ਨ ਨਹੀਂ ਪ੍ਰੋਪਰ ਹੋ ਸਕਦੀ, ਜਾਂ ਗਵਰਨਮੈਂਟ ਹਸਪੀਟਲ ਦੇ ਵਿੱਚ ਰਸ਼ ਇੰਨਾ ਹੁੰਦਾ ਹੈ ਕਿ ਡਾਕਟਰ ਪੇਸ਼ੈਂਟ ਨੂੰ ਸਮਾਂ ਨਹੀਂ ਦਿੱਤਾ ਜਾਂਦਾ, ਉਹਨਾਂ ਇੱਕ ਡਿਸਕਸ਼ਨ ਨਹੀਂ ਹੋ ਪਾਉਂਦੀ, ਜਿਹਦੇ ਕਰਕੇ ਉਹ ਕਿ ਸ਼ੱਕ ਰਹਿ ਜਾਂਦਾ ਹੈ। ਪਰ ਇਸ ਤਰ੍ਹਾਂ ਦੀ ਗੱਲ ਬਿਲਕੁਲ ਨਹੀਂ, ਸਾਡੇ ਹਰ ਡਿਪਾਰਟਮੈਂਟ ਬਹੁਤ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਹੈ। ਇਹਨਾਂ ਦੇ ਵਿੱਚ ਪੇਸ਼ੈਂਟ ਦੇ ਵਿੱਚ ਮੇਰੇ ਕੋਲੇ ਆਏ ਸਨ, ਅਸੀਂ ਉਹਨਾਂ ਦੇ ਪਰਿਵਾਰ ਨੂੰ ਬੈਠ ਕੇ ਸਾਰੀ ਗੱਲ ਸਮਝਾਈ, ਕਿਉਂਕਿ ਮੈਂ ਵਰਲਡ ਦੀਆਂ ਕਈ ਕਾਨਫਰੰਸਿਸ ਦੇ ਵਿੱਚ ਜਾਂਦਾ ਰਹਿੰਦਾ ਹੈ। ਰੀਸੈਂਟਲੀ ਮਾਰਚ ਦੇ ਵਿੱਚ ਮੈਂ ਜਰਮਨ ਵੀ ਜਾ ਕੇ ਆਇਆ, ਉੱਥੇ ਵੀ ਅਸੀਂ ਇਹ ਟੈਕਨੀਕਸ ਡਿਸਕਸ ਹੁੰਦੀਆਂ, ਤਾਂ ਨਵੀਆਂ ਟੈਕਨੀਕਸ ਜੋ ਆ ਰਹੀਆਂ ਤਾਂ ਉਹਦੇ ਬਾਰੇ ਉਹਨਾਂ ਨੂੰ ਦੱਸਿਆ ਗਿਆ, ਉਹਨਾਂ ਨੂੰ ਕਾਉਂਸਲ ਕੀਤਾ ਗਿਆ। ਜਦੋਂ ਪੇਸ਼ੈਂਟਸ ਦੇ ਫੈਮਿਲੀ ਨੇ, ਕਿਨ ਨੇ, ਨੈਕਸਟ ਟੂ ਕਿਨ ਨੇ ਉਹਨਾਂ ਦਾ ਹਾਮੀ ਭਰੀ, ਤਾਂ ਅਸੀਂ ਸਾਰੇ ਉਹਨਾਂ ਨੂੰ ਰਿਸਕ ਤੇ ਸਾਰੇ ਉਹਨਾਂ ਨੂੰ ਬੈਨੀਫਿਟਸ ਸਮਝਾਉਂਦੇ ਹੋਏ ਤਾਂ ਪੇਸ਼ੈਂਟ ਦਾ ਮਤਲਬ ਕਿ ਜੋ ਹੈ ਇਹ ਆਪਰੇਸ਼ਨ ਜੋ ਸਰਜਰੀ ਥੀ ਇਹ ਕੀਤੀ। ਡਾਕਟਰ ਸਾਹਿਬ, ਆਪਣਾ ਗੁਰੂ ਨਾਨਕ ਹਸਪੀਟਲ ਹੈ ਜਿਹੜਾ ਗਵਰਨਮੈਂਟ ਮੈਡੀਕਲ ਕਾਲਜ, ਇਹ ਇੱਕ ਮਾਝੇ ਦੇ ਵਿੱਚ ਬਹੁਤ ਵੱਡਾ ਇੱਕ ਹੈਲਥ ਦਾ ਅਦਾਰਾ ਮੰਨਿਆ ਗਿਆ ਜੀ। ਦੂਰ ਦਰਾਡਿਓਂ ਪੇਸ਼ੈਂਟ ਆਉਂਦੇ ਨੇ, ਕ੍ਰਿਟੀਕਲ ਕੰਡੀਸ਼ਨਸ ਵੀ ਜੀ। ਸਾਡੇ ਦਰਸ਼ਕਾਂ ਨੂੰ ਇਹ ਦੱਸਿਆ ਜਾਵੇ ਕਿ ਬਾਹਰ ਜਿਹੜੇ ਆਪਰੇਟ ਹੁੰਦੇ ਨੇ ਹਾਰਟ ਦੇ, ਕਰੀਬ 1.5 ਲੱਖ ਤੋਂ ਲੈ ਕੇ 2-2 ਲੱਖ ਰੁਪਏ ਇੱਕ ਸਟੰਟ ਪਾਉਣ ਦਾ ਹੀ ਲੈਂਦੇ ਨੇ ਪ੍ਰਾਈਵੇਟ ਨਰਸਿੰਗ ਹੋਮ ਵਾਲੇ, ਪਰ ਇੱਥੇ ਜਿਹੜਾ ਕੀ ਰੇਟ ਹੈ ਤੇ ਕਿੰਨਾ ਸਾਰੇ ਬਜਟ ਦੇ ਵਿੱਚ ਇਹ ਆਪਰੇਸ਼ਨ ਹੋ ਜਾਂਦਾ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਪੁੰਨ ਸਾਹਿਬ ਤੁਹਾਨੂੰ ਤੇ ਇਹ ਕਹਿਣਾ ਚਾਹੂੰਗਾ ਵੀ ਲਗਭਗ ਹਾਰਟ ਦੇ ਹਰ ਤਰ੍ਹਾਂ ਦੀ ਕਾਰਡੀਓਲੋਜੀ ਦੇ ਵਿੱਚ ਹੋਣ ਵਾਲੀ ਇੰਟਰਵੈਂਸ਼ਨ, ਦੇਖੋ ਇੱਥੇ ਸਰਜਰੀਜ਼ ਦੇ ਨਾਲ ਥੋੜਾ ਜਿਹਾ ਕਨਫਿਊਜ਼ਨ ਇਹ ਆ ਜਾਂਦਾ ਹੈ
ਵੈਲਵ ਰਿਪਲੇਸਮੈਂਟ ਜਿਵੇਂ ਆਪਾਂ ਕਹਿ ਦਿੰਦੇ, ਜੋ ਕਾਰਡੀਓਲੋਜੀ ਦੇ ਵਿੱਚ ਸੰਭਵ ਹੈ, ਜੋ ਇੱਕ ਇੰਟਰਵੈਂਸ਼ਨਲ ਕਾਰਡੀਓਲੋਜਿਸਟ ਕਰ ਸਕਦਾ ਹੈ, ਤਾਂ ਲਗਭਗ 90% ਜਿਹੜੀਆਂ ਬਿਮਾਰੀਆਂ ਦਾ ਜਿਹੜਾ ਕਾਰਡੀਓਲੋਜੀ 'ਚ ਸੰਭਵ ਇਲਾਜ ਹੈ ਉਹ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਹੁਣ ਹੋ ਰਿਹਾ ਹੈ। ਚਾਹੇ ਉਹ ਛੋਟੇ ਬੱਚਿਆਂ ਦੇ ਜੋ ਨਾ ਨੀਲੇ ਪੈਣ ਵਾਲੇ ਛੇਦ, ਜਿਹਨੂੰ ਅਸੀਂ AST VST ਤੇ PDA ਕਹਿੰਦੇ ਆ, ਉਹਨਾਂ ਦਾ ਡਿਵਾਈਸ ਕਲੋਜ਼ਰ ਹੋਵੇ, ਚਾਹੇ ਉਹ ਬਜ਼ੁਰਗਾਂ ਦੇ ਵਿੱਚ ਪੇਸਮੇਕਰ ਜਾਂ 3 ਤਾਰਾਂ ਵਾਲਾ ਪੇਸਮੇਕਰ ਹੋਵੇ, ਚਾਹੇ ICD ਹੋਵੇ, ਚਾਹੇ ਵਾਲਵ ਦੀ ਬੈਲੂਨਿੰਗ ਹੋਵੇ, ਚਾਹੇ ਉਹ ਸਾਡੀ ਕੰਪਲੈਕਸ ਤੋਂ ਕੰਪਲੈਕਸ ਕੋਰਨਰੀ ਐਂਜੀਓਪਲਾਸਟੀ ਹੋਵੇ, ਜਾਂ ਦਿਮਾਗ ਦੀਆਂ ਨਸਾਂ ਦੀ ਬਲੋਕੇਜ ਹੋਵੇ, ਜਾਂ ਹੱਥ ਦੀ ਜਾਂ ਪੈਰ ਦੀਆਂ ਨਸਾਂ ਦੀ ਕੋਈ ਬਲੋਕੇਜ ਹੋਵੇ, ਇਹ ਸਾਰੇ ਇੱਥੇ ਸੰਭਵ ਨੇ, ਅਸੀਂ ਕਰ ਰਹੇ ਹਾਂ। ਦੇਖੋ, ਜਿੱਥੋਂ ਤੱਕ ਜੋ ਚੀਜ਼ਾਂ ਆਯੁਸ਼ਮਾਨ ਭਾਰਤ ਅੰਡਰ ਅਵੇਲੇਬਲ ਨਹੀਂ, ਜੋ ਆਯੁਸ਼ਮਾਨ ਦੇ ਪੈਕੇਜ ਦੇ ਵਿੱਚ ਲਗਭਗ 21 ਬਿਮਾਰੀਆਂ ਕਾਰਡੀਓਲੋਜੀ ਦੇ ਵਿੱਚ ਕਵਰ ਹੁੰਦੀਆਂ ਨੇ, ਉਹ 21 ਬਿਮਾਰੀਆਂ ਦਾ ਇਲਾਜ ਤਾਂ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਫ੍ਰੀ ਆਫ ਕਾਸਟ ਹੀ ਕੀਤਾ ਜਾਂਦਾ ਹੈ। ਅਗਰ ਕੋਈ ਇਨਸਾਨ ਉਹ ਆਯੁਸ਼ਮਾਨ ਕਾਰਡ ਧਾਰਕ ਬੈਨੀਫੀਸ਼ੀਅਰੀ ਨਹੀਂ ਹੈ ਜਾਂ ਕੋਈ ਕੈਸ਼ ਪੇਸ਼ੈਂਟ ਹੈ, ਤਾਂ ਅਸੀਂ ਬੇਸਿਕ ਜਿਹੀਆਂ ਗੱਲਾਂ ਦੀ ਗੱਲ ਕਰੀਏ ਤਾਂ ਜੇ ਉਹ ਇੱਕ ਸਿੰਗਲ ਸਟੈਂਟ ਦੇ ਨਾਲ ਮਲਟੀਨੈਸ਼ਨਲਸ ਜੋ ਅਸੀਂ ਮੋਸਟਲੀ ਯੂਜ਼ ਕਰਦੇ ਹੈਗੇ ਆ, FDA ਅਪਰੂਵਡ ਜਾਂ CMA ਜਿਹੜੀਆਂ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ, ਉਹਨਾਂ ਦੇ ਨਾਲ ਜੋ ਇੱਕ ਸਿੰਗਲ ਸਟੈਂਟ ਦਾ ਖਰਚਾ 60 ਤੋਂ 65,000 ਰੁਪਏ, ਸਨੀ ਐਂਜੀਓਗ੍ਰਾਫੀ, ਜੋ ਪੇਸਮੇਕਰ ਅਗਰ ਇੱਕ ਤਾਰ ਵਾਲਾ ਪੇਸਮੇਕਰ ਇਨਸਾਨ ਦਵਾਉਂਦਾ ਤਾਂ ਲਗਭਗ 68,000 ਤੋਂ 72,000 ਰੁਪਏ ਦੇ ਕਰੀਬ ਹੈ, ਔਰ ਅਗਰ ਉਹ 2 ਤਾਰ ਵਾਲਾ ਹੈ ਤਾਂ ਲਗਭਗ 1,35,000 ਰੁਪਏ ਦੇ ਕਰੀਬ ਦਾ ਜਿਹੜਾ ਪੇਸਮੇਕਰ ਹੈ ਉਹ ਯੂਜ਼ ਕੀਤਾ ਜਾਂਦਾ ਹੈ। ਕਿਸੇ ਨੂੰ 2 ਸਟੈਂਟ ਦੀ ਜ਼ਰੂਰਤ ਹੈ ਤਾਂ ਉਹੀ ਅਸੀਂ ਜੋ ਸਟੈਂਟ ਦੀ ਕਾਸਟ ਹੈ ਜੋ NPP ਦੀਆਂ ਗਾਈਡਲਾਈਨਸ ਦੇ ਮੁਤਾਬਕ 40,178 ਰੁਪਏ ਉਹ ਐਡ ਆਨ ਕਰਕੇ, ਮਤਲਬ ਬਹੁਤ ਹੀ ਘੱਟ ਰੇਟਾਂ ਦੇ ਵਿੱਚ, ਮਤਲਬ ਲੈਸ ਦੈਨ 1 ਲੱਖ ਦੇ ਵਿੱਚ 2 ਸਟੈਂਟ ਵੀ ਹੋ ਜਾਂਦੇ। ਸੋ ਇਹ ਸਨ ਸਾਡੇ ਨਾਲ ਡਾਕਟਰ ਪਰਮਿੰਦਰ ਸਿੰਘ ਮੰਗੇੜਾ, ਜਿਨ੍ਹਾਂ ਬੜਾ ਸਾਡੇ ਨਾਲ ਸੰਖੇਪ ਦੇ ਵਿੱਚ ਹਾਰਟ ਦੇ ਰਿਲੇਟਡ ਜਿੰਨੀ ਸਰਜਰੀ ਸੀ ਜਾਂ ਬਿਮਾਰੀਆਂ ਉਦੋਂ ਰੋਕਥਾਮ ਲਈ ਜੋ ਇੱਥੇ ਉਪਰਾਲੇ ਕਰ ਰਹੇ ਨੇ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ, ਉਹਦੇ ਬਾਰੇ ਸਾਨੂੰ ਦੱਸਿਆ। ਤੇ ਮੈਂ ਵੀ ਅਪੀਲ ਕਰਦਾ ਕਿ ਲੋਕ ਜਿਹੜੇ ਕਾਰਡੀਓਲੋਜਿਸਟ ਬਾਹਰ ਵੀ ਜਿਹੜੇ ਚੈੱਕਅਪ ਕਰਾਉਂਦੇ ਨੇ, ਉਸ ਤੋਂ ਇਲਾਵਾ ਜੇ ਆਪਾਂ ਇਹਨਾਂ ਨਾਲ ਵੀ ਸਲਾਹ ਮਸ਼ਵਰਾ ਕਰਕੇ ਗੰਭੀਰ ਹਾਰਟ ਦੀਆਂ ਬਿਮਾਰੀਆਂ ਤੋਂ ਚੰਗੀ ਸੇਧ ਲੈ ਸਕਦੇ ਹਾਂ। ਸੋ ਇਹ ਸੀ ਲਾਈਵ ਭਾਰਤ ਨਿਊਜ਼ ਦੇ ਨਾਲ ਸਪੈਸ਼ਲ ਸਟੋਰੀ। ਜੈ ਹਿੰਦ, ਜੈ ਭਾਰਤ।